ਚੋਲਾ ਸਾਹਿਬ ਦੇ ਵਿੱਚ ਮੈਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ। ਇਹ ਪੁਰਾਤਨ ਘਰ ਹੈ ਭਾਈ ਦਾਨ ਸਿੰਘ ਜੀ ਦਾ, ਜਿਨ੍ਹਾਂ ਨੂੰ ਦਾਨਾ ਚੌਧਰੀ ਵੀ ਕਿਹਾ ਜਾਂਦਾ ਸੀ। ਪਿੰਡ ਦਾ ਨੰਬਰਦਾਰ ਹੋਣ ਕਰਕੇ ਪੂਰੇ ਇਲਾਕੇ ਵਿੱਚ ਠਾਠ ਬਾਠ ਸੀ ਇਸ ਬੰਦੇ ਦੀ। ਤੇ ਇਸ ਜਗ੍ਹਾ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ 2.5 ਸਾਲ ਗੁਜ਼ਾਰੇ ਨੇ ਆਪਣੀ ਜ਼ਿੰਦਗੀ ਦੇ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਉਸ ਵੇਲੇ ਉਹਨਾਂ ਦੀ ਗੋਦੀ ਵਿੱਚ ਸਨ। ਤੋਂ ਗੁਰੂ ਕੀ ਬਾਣੀ ਦਾ ਫਰਮਾਨ ਹੈ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਇਸ ਸਥਾਨ ਤੇ ਈਸਵੀ ਸਨ 1595 ਵਿੱਚ ਇੱਥੇ ਆਏ। ਇਹ ਉਹੀ ਖੂਹੀ ਹੈ ਜਿਸ ਖੂਹੀ ਤੋਂ ਗੁਰੂ ਸਾਹਿਬ ਖੁਦ ਵੀ ਇਸ਼ਨਾਨ ਕਰਦੇ ਰਹੇ ਤੇ ਜਲ ਪਾਣੀ ਜਿਹੜਾ ਰਸੋਈ ਵਾਸਤੇ ਪਾਣੀ ਚਾਹੀਦਾ ਹੁੰਦਾ ਸੀ ਉਹ ਵੀ ਇਸੇ ਹੀ ਖੂਹੀ ਤੋਂ ਲਿਆ ਜਾਂਦਾ ਸੀ। ਤੁਸੀਂ ਦੇਖ ਸਕਦੇ ਹੋ ਕਿ ਇਹ ਉੱਪਰਲਾ ਹਿੱਸਾ ਹੈ, ਇਹ ਛੱਤ ਦੇ ਉੱਪਰ ਖੜਨਾ ਜਿਹੜਾ ਮੁਸ਼ਕਲ ਹੋ ਸਕਦਾ ਹੈ, ਤਾਂ ਕਰਕੇ ਅਸੀਂ ਉੱਪਰ ਜਾ ਕੇ ਤੁਹਾਨੂੰ ਨਹੀਂ ਦਿਖਾ ਸਕਦੇ। ਦੇਖ ਸਕਦੇ ਹੋ ਕਿ ਘਰ ਦੀਆਂ ਛੱਤਾਂ ਜਿਹੜੀਆਂ ਬਿਲਕੁਲ ਟੁੱਟ ਚੁੱਕੀਆਂ ਨੇ। ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਨੂੰ ਸੰਭਾਲਣ ਦੀ ਜ਼ਰੂਰਤ ਸੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਸੁਰਖਾਬ ਟੀਵੀ ਤੇ ਅੱਜ ਅਸੀਂ ਖੜੇ ਆ ਪਿੰਡ ਚੋਲਾ ਸਾਹਿਬ ਦੇ ਵਿੱਚ। ਚੋਲਾ ਸਾਹਿਬ ਦੇ ਵਿੱਚ ਮੈਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ। ਇਹ ਪੁਰਾਤਨ ਘਰ ਹੈ ਭਾਈ ਦਾਨ ਸਿੰਘ ਜੀ ਦਾ, ਜਿਨ੍ਹਾਂ ਨੂੰ ਦਾਨਾ ਚੌਧਰੀ ਵੀ ਕਿਹਾ ਜਾਂਦਾ ਸੀ। ਪਿੰਡ ਦਾ ਨੰਬਰਦਾਰ ਹੋਣ ਕਰਕੇ ਪੂਰੇ ਇਲਾਕੇ ਵਿੱਚ ਠਾਠ ਬਾਠ ਸੀ ਇਸ ਬੰਦੇ ਦੀ। ਤੇ ਇਸ ਜਗ੍ਹਾ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ 2.5 ਸਾਲ ਗੁਜ਼ਾਰੇ ਨੇ ਆਪਣੀ ਜ਼ਿੰਦਗੀ ਦੇ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਉਸ ਵੇਲੇ ਉਹਨਾਂ ਦੀ ਗੋਦੀ ਵਿੱਚ ਸਨ। ਇਤਿਹਾਸ ਦੀ ਲੜੀ ਸ਼ੁਰੂ ਹੁੰਦੀ ਹੈ ਉਸ ਸਮੇਂ ਤੋਂ ਜਦੋਂ ਗੁਰੂ ਸਾਹਿਬ ਨੇ ਅਵਤਾਰ ਧਾਰਨ ਕੀਤਾ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਅਵਤਾਰ ਹੁੰਦਾ ਹੈ। ਤੇ ਆਪਣਾ ਵੱਡਾ ਭਾਈ ਪ੍ਰਿਥੀ ਚੰਦ, ਗੁਰੂ ਅਰਜਨ ਦੇਵ ਜੀ ਦਾ ਵੱਡਾ ਭਾਈ ਪ੍ਰਿਥੀ ਚੰਦ ਵਿਰੋਧ ਕਰਦਾ ਸੀ ਕਿ ਗੁਰੂ ਜੀ ਨੂੰ ਗੁਰਤਾ ਗੱਦੀ ਕਿਉਂ ਮਿਲੀ ਹੈ। ਇਸ ਵਿਰੋਧ ਤੋਂ ਕੰਨੀ ਕਤਰਾਉਂਦੇ ਹੋਏ ਗੁਰੂ ਪਾਤਸ਼ਾਹ ਚੱਲਦੇ ਹੋਏ ਇਸ ਜਗ੍ਹਾ ਤੇ ਪਹੁੰਚਦੇ ਨੇ। ਇੱਥੋਂ ਥੋੜੀ ਦੂਰ ਸਰਿਆਲੀ ਪਿੰਡ ਹੈ। ਸਰਿਆਲੀ ਪਿੰਡ ਆ ਕੇ ਤੇ ਗੁਰੂ ਸਾਹਿਬ ਨੇ ਇਸ ਉੱਥੇ ਜੋਗੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਵੀ ਜੇ ਇਹ ਇੱਥੇ ਰਹੇ ਤੇ ਸਾਡੀ ਕਿਹਨੇ ਪੁੱਛਣੀ, ਕਿਉਂਕਿ ਪੰਜਵੇਂ ਨਾਨਕ ਮੰਨਿਆ ਜਾਂਦਾ ਸੀ। ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਸੀ ਕਿ ਪੰਜਵੇਂ ਨਾਨਕ ਇੱਥੇ ਜੇ ਪਹੁੰਚ ਗਏ ਤੇ ਜੋਗੀਆਂ ਨੇ ਵਿਰੋਧ ਕੀਤਾ ਕਿ ਸਾਡਾ ਇਸ ਜਗ੍ਹਾ ਤੇ ਕੁਛ ਨਹੀਂ ਵਟਿਆ ਜਾਣਾ। ਇਸ ਕਰਕੇ ਉਹ ਵਿਰੋਧ ਕਰਦੇ ਰਹੇ। ਉਹ ਵੀ ਤਾਂ ਉਹਨਾਂ ਨੇ ਸਰਿਆਲੀ ਪਿੰਡ ਦੇ ਵਿੱਚੋਂ ਲੋਕਾਂ ਨੂੰ ਵੱਧ ਘੱਟ ਗੱਲਾਂ ਬੋਲ ਕੇ ਤੇ ਉਸ ਜਗ੍ਹਾ ਤੋਂ ਕਈ ਤਰ੍ਹਾਂ ਦੇ ਸ਼ੋਸ਼ੇਬਾਜ਼ੀਆਂ ਕਰਕੇ ਤੇ ਗੁਰੂ ਸਾਹਿਬ ਨੂੰ ਉੱਥੋਂ ਜਾਣ ਵਾਸਤੇ ਕਹਿ ਦਿੱਤਾ। ਪਰ ਜਦੋਂ ਇਸ ਪਿੰਡ ਦੇ ਚੌਧਰੀ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਇੱਥੇ ਆਏ ਨੇ, ਮਾਤਾ ਸੁੱਖੋ ਜੀ ਜੋ ਚੌਧਰੀ ਜੀ ਦੇ ਧਰਮ ਪਤਨੀ ਸਨ, ਉਹਨਾਂ ਨੇ ਜਾ ਕੇ ਗੁਰੂ ਸਾਹਿਬ ਜੀ ਨੂੰ ਲੈ ਕੇ ਆਏ। ਇੱਥੋਂ ਥੋੜੀ ਦੂਰ ਗੁਰਦੁਆਰਾ ਚਰਨ ਛੋਹ ਗੁਰੂ ਅਰਜਨ ਦੇਵ ਜੀ ਬਣਿਆ ਹੋਇਆ। ਉਸ ਗੁਰਦੁਆਰਾ ਸਾਹਿਬ ਤੇ ਪਹਿਲਾਂ ਦੱਸਿਆ ਜਾਂਦਾ ਕਿ ਜੰਗਲ ਬਿਆਬਾਨ ਸੀ। ਉਹ ਜੰਗਲ ਬਿਆਬਾਨ ਦੇ ਵਿੱਚ ਗੁਰੂ ਸਾਹਿਬ ਆ ਕੇ ਡੇਰਾ ਕਰਦੇ ਨੇ। ਤੇ ਇਹ ਜਿਹੜਾ ਪੁਰਾਤਨ ਘਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਇਸ ਘਰ ਦੇ ਵਿੱਚੋਂ ਉਹਨਾਂ ਦੀ ਧਰਮ ਪਤਨੀ ਜਾਂਦੀ ਹੈ, ਦਾਨਾ ਚੌਧਰੀ ਜੀ ਦੀ ਧਰਮ ਪਤਨੀ ਜਿਹੜੀ, ਉਹ ਜਾਂਦੇ ਨੇ ਮਾਤਾ ਸੁੱਖੋ ਜੀ। ਉਹ ਜਾ ਕੇ ਗੁਰੂ ਅਰਜਨ ਦੇਵ ਜੀ ਨੂੰ ਇਸ ਜਗ੍ਹਾ ਤੇ ਲੈ ਕੇ ਆਉਂਦੇ ਨੇ। ਲਗਭਗ 2.5 ਸਾਲ ਗੁਰੂ ਸਾਹਿਬ ਇਸੇ ਹੀ ਅਸਥਾਨ ਤੇ ਰਹਿੰਦੇ ਨੇ। ਤੋਂ ਗੁਰੂ ਕੀ ਬਾਣੀ ਦਾ ਫਰਮਾਨ ਹੈ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਆ ਜੋ ਹੁਣ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਤੁਸੀਂ ਦੇਖ ਸਕਦੇ ਹੋ ਤਸਵੀਰ। ਇਹ ਤਸਵੀਰ ਪੁਰਾਤਨ ਖੂਹੀ ਹੈ। ਇਹ ਉਹੀ ਖੂਹੀ ਹੈ ਜਿਸ ਖੂਹੀ ਤੋਂ ਗੁਰੂ ਸਾਹਿਬ ਖੁਦ ਵੀ ਇਸ਼ਨਾਨ ਕਰਦੇ ਰਹੇ ਤੇ ਜਲ ਪਾਣੀ ਜਿਹੜਾ ਰਸੋਈ ਵਾਸਤੇ ਪਾਣੀ ਚਾਹੀਦਾ ਹੁੰਦਾ ਸੀ ਉਹ ਵੀ ਇਸੇ ਹੀ ਖੂਹੀ ਤੋਂ ਲਿਆ ਜਾਂਦਾ ਸੀ। ਹੋਰ ਤਸਵੀਰਾਂ ਤੁਹਾਨੂੰ ਦਿਖਾਉਣਾ, ਇੱਧਰਲੇ ਪਾਸੇ ਆ ਜਾਓ ਜੀ। ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੇ ਇੱਕ ਤਰ੍ਹਾਂ ਦਾ ਬਰਾਂਡਾ ਬਣਿਆ ਹੋਇਆ। ਉੱਪਰਲੀ ਛੱਤ ਦੇਖੋ ਤੁਸੀਂ, ਵੱਡੇ ਵੱਡੇ ਸ਼ਤੀਰ ਨੇ, ਲੱਕੜ ਦੀ ਇਹ ਛੱਤ ਬਣੀ ਹੋਈ ਹੈ। ਉਸ ਸਮੇਂ ਦੀ ਕਾਰਾਗਰੀ ਜਿਹੜੀ ਹੈ, ਉਸ ਸਮੇਂ ਦੀ ਕਾਰਾਗਰੀ ਹੈ। ਤੋਂ ਇਹ ਦੱਸਿਆ ਜਾਂਦਾ ਕਿ ਪਹਿਲਾਂ ਇਹ ਘਰ ਕੱਚਾ ਹੁੰਦਾ ਸੀ, ਪਰ ਮਹਾਰਾਜਾ ਰਣਜੀਤ ਸਿੰਘ ਨੇ ਇਸ ਘਰ ਨੂੰ ਨਾਨਕਸ਼ਾਹੀ ਇੱਟਾਂ ਦੇ ਨਾਲ ਬਣਵਾਇਆ। ਮੈਂ ਤੁਹਾਨੂੰ ਦਿਖਾ ਰਿਹਾ ਕਿ ਇਹ ਉਹ ਘਰ ਹੈ
ਜਿਸ ਜਗ੍ਹਾ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਖੇਡਦੇ ਰਹੇ ਨੇ। ਅੰਦਰ ਆ ਜਾਓ ਜੀ। ਦੇਖੋ, ਤੁਸੀਂ ਦੇਖ ਸਕਦੇ ਹੋ ਕਿ ਛੱਤ ਦੀ ਜਿਹੜੀ ਹੈ ਬਿਲਕੁਲ ਹੀ ਟੁੱਟ ਚੁੱਕੀ ਹੈ। ਅੱਜ ਵੀ ਵੱਡੇ ਵੱਡੇ ਸ਼ਤੀਰ ਜਿਹੜੇ ਆ ਤੁਹਾਨੂੰ ਨਜ਼ਰ ਆ ਰਹੇ ਹੋਣਗੇ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੱਡੇ ਵੱਡੀਆਂ ਛੱਤ ਜਿਹੜੀ ਹੈ ਉਹ ਡਿੱਗ ਚੁੱਕੀ ਹੈ। ਸ਼ਤੀਰ ਜਿਹੜੇ ਨਜ਼ਰ ਆ ਰਹੇ, ਉੱਪਰ ਚੁਬਾਰਾ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ। ਆ ਜਾਓ, ਹੋਰ ਦਿਖਾਉਂਦੇ ਆ, ਹੋਰ ਤੁਹਾਨੂੰ ਅੱਗੇ ਲੈ ਕੇ ਚੱਲਦੇ ਆ। ਇੱਧਰ ਆਓ। ਤੁਸੀਂ ਆ ਵੀ ਦੇਖ ਸਕਦੇ ਹੋ ਕਿ ਇਹ ਇੱਕ ਤਰ੍ਹਾਂ ਦਾ ਚਬੱਚੇ ਵਾਂਗੂ ਬਣਿਆ ਹੋਇਆ ਹੈ। ਚਬੱਚੇ ਵਾਂਗੂ ਬਣਿਆ ਹੋਇਆ ਹੈ ਤੇ ਇਹ ਚਬੱਚਿਆਂ ਦੇ ਵਿੱਚੋਂ ਕੁੰਡੇ ਜਿਹੇ ਲੱਗੇ ਹੋਏ ਨੇ। ਦੇਖ ਸਕਦੇ ਹੋ, ਸ਼ਾਇਦ ਕੋਈ ਕਿਸ ਚੀਜ਼ ਨੂੰ ਪਾਣੀ ਨੂੰ ਸਟੋਰ ਕਰਨ ਵਾਸਤੇ ਟੰਗਿਆ ਗਿਆ ਹੋਵੇਗਾ। ਉਸ ਖੂਹ ਦੇ ਵਿੱਚੋਂ ਪਾਣੀ ਲਿਆ ਕੇ ਇਸ ਜਗ੍ਹਾ ਦੇ ਵਿੱਚ ਰੱਖਿਆ ਜਾਂਦਾ ਸੀ, ਜਿੱਥੋਂ ਘਰ ਦਾ ਵਰਤੋਂ ਭਾਜੀ ਕੀਤਾ ਜਾਂਦਾ ਹੈ। ਇੱਧਰ ਦੇਖ ਸਕਦੇ ਹੋ ਤੁਸੀਂ ਕਿ ਕੰਧਾਂ ਜਿਹੜੀਆਂ ਕਾਲੀਆਂ ਹੋਈਆਂ ਨੇ। ਤੁਸੀਂ ਦੇਖ ਸਕਦੇ ਹੋ ਕਿ ਇਹ ਕੰਧਾਂ ਕਾਲੀਆਂ ਹੋਈਆਂ ਨੇ। ਇਹ ਕਾਲੀਆਂ ਕੰਧਾਂ ਦਾ ਮਤਲਬ ਸਾਫ਼-ਸਾਫ਼ ਹੈ ਕਿ ਹੋ ਸਕਦਾ ਹੈ ਕਿ ਇਸ ਜਗ੍ਹਾ ਦੇ ਉੱਤੇ ਰਸੋਈ ਵਰਗਾ ਕੋਈ ਪ੍ਰਬੰਧ ਕੀਤਾ ਗਿਆ ਹੋਵੇ। ਰਸੋਈ ਚੱਲਦੀ ਰਹੀ ਹੋਵੇ, ਅੱਗ ਬਾਲਣ ਦੇ ਨਾਲ ਘਰ ਦੀਆਂ ਕੰਧਾਂ ਆਮ ਆਪਾਂ ਦੇਖ ਸਕਦੇ ਹਾਂ ਕਿ ਕਾਲੀਆਂ ਹੋ ਜਾਂਦੀਆਂ ਨੇ। ਤੁਸੀਂ ਦੇਖ ਸਕਦੇ ਹੋ ਤੇ ਆਹ ਬਿਲਕੁਲ ਇਸ ਕਮਰੇ ਦੇ ਬਾਹਰ ਇੱਕ ਵਾਰੀ ਫਿਰ ਬਾਹਰ ਕੇ ਦਿਖਾ ਦਿਓ, ਚਬੱਚਾ ਦਿਖਾ ਦਿਓ। ਦੇਖ ਸਕਦੇ ਹੋ ਤੁਸੀਂ ਕਿ ਇਸ ਚਬੱਚੇ ਦੇ ਵਿੱਚ ਹੋ ਸਕਦਾ ਹੈ ਕਿ ਪਾਣੀ ਸਟੋਰ ਕੀਤਾ ਜਾਂਦਾ ਹੋਵੇ ਘਰ ਦੀ ਸਬਜ਼ੀ ਭਾਜੀ ਵਾਸਤੇ। ਹੋਰ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ, ਚੱਲਦੇ ਚਲੋ ਮੇਰੇ ਨਾਲ ਤੇ ਤੁਹਾਨੂੰ ਉੱਪਰਲਾ ਹਿੱਸਾ ਵੀ ਦਿਖਾਵਾਂਗੇ। ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਦਰਵਾਜ਼ੇ ਜਿਹੜੇ ਆ ਬਹੁਤ ਮਜ਼ਬੂਤ ਦਰਵਾਜ਼ੇ ਨੇ। ਇਹ ਵੀ ਇੱਕ ਕਮਰੇ ਦੀ ਤਰ੍ਹਾਂ ਬਣਿਆ ਹੋਇਆ। ਤੁਸੀਂ ਦੇਖ ਸਕਦੇ ਹੋ ਕਿ ਇਹ ਵੀ ਇੱਕ ਕਮਰੇ ਦੀ ਤਰ੍ਹਾਂ ਬਣਿਆ ਹੋਇਆ। ਬਹੁਤ ਹੀ ਮਜ਼ਬੂਤ ਦਰਵਾਜ਼ੇ ਨੇ ਇਸ ਘਰ ਦੇ। ਤੇ ਇੱਧਰ ਪੌੜੀਆਂ ਬਣੀਆਂ ਹੋਈਆਂ ਨੇ। ਪੌੜੀਆਂ ਤੋਂ ਮੈਂ ਉੱਪਰ ਜਾ ਕੇ ਦਿਖਾਵਾਂਗਾ। ਤੁਸੀਂ ਦੇਖ ਸਕਦੇ ਹੋ ਕਿ ਇਹ ਉੱਪਰਲਾ ਹਿੱਸਾ ਹੈ। ਇਹ ਛੱਤ ਦੇ ਉੱਪਰ ਖੜਨਾ ਜਿਹੜਾ ਮੁਸ਼ਕਿਲ ਹੋ ਸਕਦਾ ਹੈ, ਤਾਂ ਕਰਕੇ ਅਸੀਂ ਉੱਪਰ ਜਾ ਕੇ ਤੁਹਾਨੂੰ ਨਹੀਂ ਦਿਖਾ ਸਕਦੇ। ਦੇਖ ਸਕਦੇ ਹੋ ਕਿ ਘਰ ਦੀਆਂ ਛੱਤਾਂ ਜਿਹੜੀਆਂ ਬਿਲਕੁਲ ਟੁੱਟ ਚੁੱਕੀਆਂ ਨੇ। ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਨੂੰ ਸੰਭਾਲਣ ਦੀ ਜ਼ਰੂਰਤ ਸੀ। ਸੋ ਇੱਧਰ ਵੀ ਤੁਹਾਨੂੰ ਦਿਖਾ ਦਈਏ, ਇਹ ਘਰ ਦੀਆਂ ਛੱਤਾਂ ਨੇ ਬਿਲਕੁਲ ਟੁੱਟ ਚੁੱਕੀਆਂ ਨੇ ਤੇ ਇਹਨਾਂ ਦੇ ਉੱਪਰ ਖੜਨਾ ਬਹੁਤ ਮੁਸ਼ਕਲ ਹੈ। ਆਸ-ਪਾਸ ਆਬਾਦੀ ਵਾਲਾ ਇਲਾਕਾ ਹੈ। ਇੱਧਰ ਇੱਕ ਗੁਰੂ ਸਾਹਿਬ ਦੀ ਯਾਦ ਵਿੱਚ ਛੋਟਾ ਜਿਹਾ ਗੁਰਦੁਆਰਾ ਸਾਹਿਬ ਬਣਾਇਆ ਗਿਆ ਹੈ। ਚੋਲਾ ਸਾਹਿਬ ਦੀ ਧਰਤੀ ਤੇ ਪੁਰਾਣਾ ਘਰ ਦਿਖਾ ਰਿਹਾ, ਜਿਸ ਜਗ੍ਹਾ ਤੇ ਗੁਰੂ ਸਾਹਿਬ ਨੇ ਕਾਫੀ ਸਮਾਂ ਆਪਣਾ ਗੁਜ਼ਾਰਿਆ। ਤੋ ਸਾਡੇ ਨਾਲ ਇਸ ਵੇਲੇ ਬਾਬਾ ਦਰਸ਼ਨ ਸਿੰਘ ਜੀ ਮੌਜੂਦ ਨੇ, ਜੋ ਇਸ ਜਗ੍ਹਾ ਤੇ ਕੀਰਤਨ ਦੀ ਸੇਵਾ ਨਿਭਾਉਂਦੇ ਰਹੇ ਨੇ। ਅੱਜ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਪੂਰਾ ਇਸ ਇਤਿਹਾਸਕ ਜਗ੍ਹਾ ਬਾਰੇ। ਸੋ ਆਜੋ ਕਰਦੇ ਹਾਂ ਬਾਬਾ ਜੀ ਦਾ ਸਵਾਗਤ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਪਾਛੋ, ਇਹ ਜਿਹੜੀ ਜਗ੍ਹਾ ਆਪਾਂ ਅੱਜ ਬੈਠੇ ਹਾਂ ਜਿਸ ਜਗ੍ਹਾ ਤੇ, ਇਸ ਜਗ੍ਹਾ ਬਾਰੇ ਕੋਈ ਇਤਿਹਾਸਕ ਜਿਹੜੀਆਂ ਘਟਨਾਵਾਂ ਜੁੜੀਆਂ ਹੋਈਆਂ ਨੇ, ਕੀ ਸਬੰਧ ਸੀ ਗੁਰੂ ਸਾਹਿਬ ਦਾ, ਕਿਵੇਂ ਆਉਣਾ ਆ, ਸਾਰਾ ਦੱਸੋ। ਵੀ ਇਹ ਸ਼ੁਰੂ ਕਰੀਏ ਆਪਾਂ ਉੱਥੋਂ ਵੀ ਪਹਿਲਾਂ ਇਹ ਹਵੇਲੀ ਕਿਸ ਦੀ ਸੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਸੰਗਤ ਦੀ ਸੇਵਾ 'ਚ ਬੇਨਤੀ ਹੈ, ਦਾਸ ਤੋਂ ਇਤਿਹਾਸ ਦੀ ਵਿਆਖਿਆ ਕਰਨ ਲੱਗਿਆਂ ਜਾਂ ਵਿਚਾਰ ਕਰਨ ਲੱਗਿਆਂ ਕਿਤੇ ਵੀ ਗਲਤੀ ਹੋ ਸਕਦੀ ਹੈ। ਦਾਸ ਨੂੰ ਮੁਆਫ ਕਰ ਦੇਣਾ, ਕਿਉਂਕਿ ਦਾਸ ਨੇਤਰਹੀਣ ਸ਼ਖਸ ਹੈ। ਕਿਉਂਕਿ ਪੜ੍ਹਿਆ ਲਿਖਿਆ ਬੰਦਾ ਅੱਖਰ ਵੇਖ ਕੇ ਬੇਨਤੀ ਕਰ ਸਕਦਾ ਹੈ। ਦਾਸ ਨੇ ਜੋ ਵੀ ਬੇਨਤੀ ਕਰਨੀ ਸੰਗਤ ਦੀ ਸੇਵਾ 'ਚ ਮੂੰਹ ਜ਼ਬਾਨੀ ਕਰਨੀ ਹੈ। ਹਾਂਜੀ, ਸਭ ਤੋਂ ਪਹਿਲਾਂ ਜਿਹੜਾ ਇਹ ਸਰਦਾਰ ਉਹਨਾਂ ਨੇ ਸਵਾਲ ਕੀਤਾ ਹੈ, ਉਸ ਦੇ ਸੰਬੰਧ ਵਿੱਚ ਮੈਂ ਆਪ ਜੀ ਨੂੰ ਬੇਨਤੀ ਕਰਾਂ। ਇਹ ਇਮਾਰਤ ਜਿਹੜੀ ਆਪਾਂ ਵੇਖ ਰਹੇ ਹਾਂ ਇਸ ਵੇਲੇ, ਜਿਸ ਇਮਾਰਤ ਦੇ ਵਿੱਚ ਬੈਠੇ ਹਾਂ, ਇਹ ਸਰਦਾਰ ਦਾਨ ਸਿੰਘ ਜੀ ਹੋਰਾਂ ਦੀ ਇਮਾਰਤ ਸੀ। ਉਹਨਾਂ ਦੀ ਧਰਮ ਪਤਨੀ ਦਾ ਨਾਮ ਬੀਬੀ ਸੁਖਵੰਤ ਕੌਰ, ਜਿਨ੍ਹਾਂ ਦਾ ਨਾਮ ਨਿੱਕਾ ਸੁੱਖੋ ਜੀ ਲਿਆ ਜਾਂਦਾ ਸੀ, ਬੀਬੀ ਸੁੱਖੋ। ਸਰਦਾਰ ਦਾਨ ਸਿੰਘ ਉਹਨਾਂ ਦਾ ਨਾਮ ਜਿਹੜਾ ਸੀਗਾ ਉਹ ਭਾਈ ਦਾਨਾ ਜੀ ਕਿਹਾ ਜਾਂਦਾ ਸੀ, ਦਾਨਾ ਚੌਧਰੀ। ਸਿੰਘ ਤਾਂ ਲਾਇਆ ਜਾਂਦਾ ਹੈ ਉਹਨਾਂ ਦੇ ਸਤਿਕਾਰ ਵਜੋਂ, ਕਿਉਂਕਿ ਜੇ ਅਸੀਂ ਹੁਣ ਤੱਕ ਉਹ ਸਿੰਘ ਨਾ ਲਾਈਏ ਤਾਂ ਕੰਮ ਅਧੂਰਾ ਰਹਿ ਜਾਂਦਾ ਹੈ। ਇਸ ਵਾਸਤੇ ਸਰਬੱਤ ਸੰਗਤ ਦੀ ਸੇਵਾ 'ਚ ਬੇਨਤੀ ਹੈ, ਸਤਿਗੁਰੂ ਜੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਇਸ ਸਥਾਨ 'ਤੇ ਈਸਵੀ ਸਨ 1595 ਵਿੱਚ ਇੱਥੇ ਆਏ। ਪਿਰਥੀ ਚੰਦ ਜੀ ਉਹਨਾਂ ਦੇ ਵੱਡੇ ਭਰਾ, ਉਹਨਾਂ ਨਾਲ ਕੁਛ ਈਰਖਾ ਰੱਖਦੇ ਸੀ, ਕਿਉਂਕਿ ਪਿਰਥੀ ਚੰਦ ਜੀ ਹੁਣਾਂ ਨੂੰ ਗੁਰੂ ਰਾਮਦਾਸ ਸਾਹਿਬ ਜੀ ਨੇ
ਗੁਰਿਆਈ ਦੀ ਬਖਸ਼ਿਸ਼ ਨਹੀਂ ਸੀ ਕੀਤੀ, ਹੂੰ ਕਿਉਂਕਿ ਪਿਰਥੀ ਚੰਦ ਜੀ ਨੇ ਆਪਣੇ ਗੁਰੂ ਪਿਤਾ ਜੀ ਦੀ ਆਗਿਆ ਦਾ ਪਾਲਣ ਨਹੀਂ ਸੀ ਕੀਤਾ। ਜੀ ਜੀ ਉਹ ਈਰਖਾ ਦੀ ਗੱਲ ਨੂੰ ਸਮਝਦਿਆਂ ਹੋਇਆਂ ਜੀ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸੋਚਿਆ ਕਿ ਮੈਂ ਆਪਣੇ ਭਰਾ ਨੂੰ ਕਿਸੇ ਗੱਲੋਂ ਤੰਗ ਪਰੇਸ਼ਾਨ ਨਾ ਕਰਾਂ। ਬਿਲਕੁਲ। ਇਹਨਾਂ ਦੇ ਮਨ ਨੂੰ ਸ਼ਾਂਤੀ ਜੇ ਮੇਰੇ ਥੋੜ੍ਹਾ ਜਿਹਾ ਦੂਰ ਹੋਇਆ ਮਿਲਦੀ ਹੈ ਹੂੰ ਤੇ ਸਤਿਗੁਰੂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਉੱਥੋਂ ਚੱਲੇ, ਜੀ ਗੁਰੂ ਕੀ ਬਡਾਲੀ ਆਏ। ਜੀ ਜੀ ਗੁਰੂ ਕੀ ਬਡਾਲੀ ਤੋਂ ਜੀ ਇਸ ਇਲਾਕੇ ਦਾ ਰੁਖ ਕਰਦਿਆਂ ਹੋਇਆਂ ਸਤਿਗੁਰੂ ਜੀ 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 ਜੋ ਸਰਿਆਲੀ ਨਗਰ ਹੈ ਜੀ ਇੱਥੇ ਪਹੁੰਚੇ। ਜੀ ਜੀ ਇਸ ਸਥਾਨ ਤੇ ਆ ਕੇ ਸਤਿਗੁਰਾਂ ਨੇ ਨਿਵਾਸ ਕੀਤਾ ਹੈ, ਜੀ ਆਸਣ ਲਾਇਆ। ਜੀ ਇੱਥੇ ਜੋਗੀਆਂ ਦਾ ਇੱਕ ਬੜਾ ਵੱਡਾ ਡੇਰਾ ਸੀ। ਜੀ ਜੀ ਜੋਗੀ ਨਾਥਾਂ ਨੂੰ ਫਿਕਰ ਪੈ ਗਿਆ ਜੀ ਵੀ ਜੇ ਗੁਰੂ ਸਾਹਿਬ ਇੱਥੇ ਹਮੇਸ਼ਾ ਲਈ ਟਿਕ ਗਏ ਹਾਂਜੀ ਤਾਂ ਸਾਡਾ ਜਿਹੜਾ ਆਦਰਮਾਨ ਹੈ ਘਟ ਜਾਊਗਾ। ਬਿਲਕੁਲ। ਤੇ ਉਸ ਗੱਲ ਨੂੰ ਉਹਨਾਂ ਨੇ ਨੋਟ ਕਰਕੇ ਜਿਹੜੇ ਉੱਥੋਂ ਦੇ ਪਤਵੰਤੇ ਸੀ ਉਹਨਾਂ ਨੂੰ ਸੱਦਿਆ। ਹੂੰ ਹੂੰ ਸੱਦ ਕੇ ਉਹਨਾਂ ਨੂੰ ਕਹਿਣ ਲੱਗੇ ਵੀ ਤੁਹਾਡੇ ਗੁਰੂ ਆ ਗਏ ਜੀ ਤੇ ਤੁਸੀਂ ਹੁਣ ਇਹਨਾਂ ਦੀ ਪੂਜਾ ਕਰਨੀ ਹੈ, ਸਨਮਾਨ ਕਰਨਾ ਹੈ। ਜੀ ਜੀ ਕੁਦਰਤੀ ਤੌਰ ਤੇ ਉਦੋਂ ਇੱਥੇ ਸੋਕਾ ਪਿਆ ਸੀ, ਕੋਈ ਬਾਰਿਸ਼ ਵਗੈਰਾ ਦਾ ਕੋਈ ਨਹੀਂ ਸੀ ਹੋਈ। ਹੂੰ ਉਹ ਕਹਿੰਦੇ ਵੀ ਤੁਸੀਂ ਆਪਣੇ ਗੁਰੂਆਂ ਨੂੰ ਇਹ ਗੱਲ ਕਹੋ ਜੀ ਵੀ ਬਾਰਿਸ਼ ਕਰਵਾਓ, ਮੀਂਹ ਪਾਓ। ਜੀ ਸਾਡੇ ਜਿਹੜੇ ਦੁਨਿਆਵੀ ਲੋਕ ਆ, ਅਸੀਂ ਹਮੇਸ਼ਾ ਦੂਸਰੇ ਵੱਲ ਛੇਤੀ ਘੁੰਮ ਜਾਂਦੇ ਹਾਂ। ਥੋੜ੍ਹਾ ਜਿਹਾ ਦੁਨਿਆਵੀ ਲੋੜਾਂ ਸਾਨੂੰ ਬਹੁਤ ਜ਼ਿਆਦਾ ਮਜਬੂਰ ਕਰਦੀਆਂ ਨੇ। ਬਿਲਕੁਲ। ਅਸੀਂ ਉਸ ਪਾਸੇ ਸਾਡੇ ਉਹ ਸਿਆਣੇ ਬਜ਼ੁਰਗ ਉੱਧਰ ਨੂੰ ਘੁੰਮ ਗਏ। ਹੂੰ ਉਹਨਾਂ ਨੇ ਗੁਰੂ ਅਰਜਨ ਦੇਵ ਸਾਹਿਬ ਨੂੰ ਕਿਹਾ ਵੀ ਤੁਸੀਂ ਕਿਰਪਾ ਕਰੋ, ਗੁਰੂ ਨਾਨਕ ਸਾਹਿਬ ਦੇ 5ਵੇਂ ਸਥਾਨ 'ਤੇ ਹੈ, ਜੀ ਜੀ ਬਾਰਿਸ਼ ਕਰਵਾਓ, ਜੀ ਮੀਂਹ ਪਾਓ। ਜੀ ਸਤਿਗੁਰਾਂ ਨੇ ਕਿਹਾ ਵੀ ਗੁਰੂ ਨਾਨਕ ਸਾਹਿਬ ਜੀ ਅੱਗੇ ਅਰਦਾਸ ਕਰੋ, ਜੀ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰੋ ਜੀ ਜੀ ਤੇ ਤੁਹਾਨੂੰ ਮੀਂਹ ਪੈ ਜਾਏਗਾ। ਜੀ ਚਲੋ ਉਹਨਾਂ ਨੇ ਇਸ ਗੱਲ ਨੂੰ ਨਾ ਮੰਨਿਆ, ਚੁੱਪ ਕਰਕੇ ਚਲੇ ਗਏ ਜੋਗੀਆਂ ਕੋਲੇ। ਹੂੰ ਤੇ ਉਹ ਜੋਗੀਆਂ ਕੋਲੇ ਜਾ ਕੇ ਉਹਨਾਂ ਨੇ ਕਿਹਾ ਵੀ ਮੀਂਹ ਨਹੀਂ ਪਾ ਰਹੇ ਹੋ। ਜੀ ਜੀ ਉਹਨਾਂ ਨੇ ਕਿਹਾ ਜੇ ਮੀਂਹ ਨਹੀਂ ਪਾਉਂਦੇ ਤੁਸੀਂ ਉਹਨਾਂ ਨੂੰ ਕਹੋ ਵੀ ਤੁਸੀਂ ਇੱਥੇ ਜਾਓ, ਜਾਓ। ਅਸੀਂ ਮੀਂਹ ਪਵਾ ਲਾਂਗੇ। ਜੀ ਜੋਗੀ ਉਹਨਾਂ ਨੇ ਇਹ ਗੱਲ ਕਹਿਤੀ ਤੇ ਸਾਡੇ ਲੋਕ ਉਹਨਾਂ ਗੁਰੂ ਅਰਜਨ ਦੇਵ ਸਾਹਿਬ ਕੋਲੇ ਆਏ। ਸੱਚੇ ਪਾਤਸ਼ਾਹ, ਹੂੰ ਹੂੰ ਸਾਡੇ ਦੋ ਹੀ ਸਵਾਲ ਹੈ, ਜਾਂ ਤਾਂ ਬਾਰਿਸ਼ ਕਰਵਾਓ ਜੀ ਤੇ ਜਾਂ ਇੱਥੋਂ ਜਾਓ। ਜੀ ਸਤਿਗੁਰਾਂ ਨੇ ਕੋਈ ਉਹਨਾਂ ਤੇ ਗਿਲਾ ਸ਼ਿਕਵਾ ਨਹੀਂ ਕੀਤਾ, ਜੀ ਕਿਸੇ ਨੂੰ ਕੋਈ ਬੁਰੀ ਗੱਲ ਨਹੀਂ ਕਹੀ। ਜੀ ਉਹਨਾਂ ਨੇ ਰੱਬ ਦੀ ਰਜਾ ਮੰਨਦੇ ਹੋਏ ਕਹਿੰਦੇ ਚੰਗਾ ਜੀ, ਜੇ ਤੁਹਾਨੂੰ ਜਿਸ ਚੀਜ਼ ਨਾਲ ਸੁੱਖ ਮਿਲਦਾ ਆਪਾਂ ਉਸ ਨਾਲ ਸਹਿਮਤ ਹੈ। ਬਿਲਕੁਲ। ਉਹਨਾਂ ਨੇ ਉੱਥੋਂ ਆਪਣਾ ਚਾਲੇ ਪਾਏ ਸਰਿਆਲੀ ਸਾਹਿਬ ਤੋਂ। ਸਰਿਆਲੀ ਤੋਂ। ਜੀ ਸਰਿਆਲੀ ਤੋਂ ਚਾਲੇ ਮਾਰਦਿਆਂ ਇਸ ਸਥਾਨ ਤੇ ਜੀ ਪਹੁੰਚੇ। ਜੀ ਅੱਜ ਇੱਥੇ ਆਪਾਂ ਅਸੀਂ ਜਿੱਥੋਂ ਗੱਲ ਚੱਲ ਰਹੀ ਹੈ ਜੀ ਜੀ ਇਸ ਸਥਾਨ ਤੇ ਪਹਿਲਾਂ ਨਹੀਂ ਆਏ। ਜੀ ਵੱਡਾ ਗੁਰਦੁਆਰਾ ਸਾਹਿਬ ਪਾਤਸ਼ਾਹੀ ਪੰਜਵੀਂ ਮੌਜੂਦ ਹੈ ਜੀ ਜੀ ਉਹਨਾਂ ਦੀ ਯਾਦ ਵਿੱਚ। ਜੀ ਉੱਥੇ ਆ ਕੇ ਬੈਠੇ, ਉਦੋਂ ਉੱਥੇ ਇੱਥੇ ਜੰਗਲਾਤ ਦਾ ਜੰਗਲ ਵਗੈਰਾ ਕਾਫੀ ਸੀ, ਦਰਖਤ ਕਾਫੀ ਸੀ, ਜੀ ਜੀ ਬਹੁਤ ਜ਼ਿਆਦਾ ਰੌਣਕ ਸੀ। ਬਿਲਕੁਲ। ਤੇ ਗੁਰੂ ਸਾਹਿਬ ਇੱਥੇ ਦਰਖਤਾਂ ਥੱਲੇ ਆ ਕੇ ਬੈਠੇ। ਹੂੰ ਸੰਗਤ ਗੁਰੂ ਕੀ ਨਾਲ ਸੀ, ਬਾਬਾ ਬੁੱਢਾ ਜੀ ਵੀ ਨਾਲ ਸੀ। ਜੀ ਜੀ ਇੱਥੇ ਸ਼ਰਧਾਲੂਆਂ ਨੇ ਆ ਕੇ ਦੱਸਿਆ ਜੀ ਕੋਈ ਬਾਹਰ ਸਤਪੁਰਸ਼ ਆਏ ਹੈ, ਜੀ ਕੋਈ ਸਿਆਣੇ ਆਏ, ਉਹਨਾਂ ਦੇ ਨਾਲ ਕੋਈ ਸ਼ਰਧਾਲੂ ਵੀ ਹੈ। ਜੀ ਜੀ ਉਹਨਾਂ ਨੇ ਮਾਤਾ ਸੁਖਵੰਤ ਕੌਰ ਨੇ ਆ ਕੇ ਪੁੱਛਿਆ ਜੀ ਜੀ ਵੀ ਸਤਿਗੁਰੂ ਜੀ ਤੁਸੀਂ ਕੌਣ ਹੋ, ਜੀ ਤੁਹਾਡਾ ਨਾਮ। ਜੀ ਫਿਰ ਗੁਰਸਿੱਖਾਂ ਨੇ ਦੱਸਿਆ ਜੀ ਵੀ ਇਹ ਗੁਰੂ ਸਾਹਿਬ ਦੇ, ਗੁਰੂ ਨਾਨਕ ਸਾਹਿਬ ਦੇ 5ਵੇਂ ਸਥਾਨ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਹੈ। ਜੀ ਜੀ ਮਾਤਾ ਬੜੀ ਖੁਸ਼ ਹੋਈ। ਜੀ ਮਾਤਾ ਨੇ ਗੁਰੂ ਅਰਜਨ ਦੇਵ ਸਾਹਿਬ ਦਾ ਨਾਂ ਸੁਣਿਆ ਸੀ। ਉਸ ਨਾਂ ਸੁਣਨ ਦਾ ਕਾਰਨ ਸੀ ਵੀ ਇੱਥੇ ਇੱਕ ਗੁਰਸਿੱਖ ਹੋਏ ਆ ਭਾਈ ਅਦਲੀ ਜੀ, ਜੀ ਜਿਨ੍ਹਾਂ ਦਾ ਜਨਮ ਸਥਾਨ ਬਿਲਕੁਲ ਇਸ ਸਥਾਨ ਦੇ ਬਿਲਕੁਲ ਨੇੜੇ ਹੈ। ਜੀ ਬਾਹਰ ਤਾਪਾ ਸਥਾਨ ਜਿਹੜਾ ਭਾਈ ਅਦਲੀ ਜੀ ਦਾ ਮੌਜੂਦ ਹੈ, ਜੀ ਜੀ ਉਹ ਵੀ ਇਤਿਹਾਸ ਥੋੜ੍ਹਾ ਜਿਹਾ ਤੁਹਾਡੇ ਨਾਲ ਸਾਂਝਾ ਕਰਾਂਗੇ। ਜੀ ਜੀ ਉਹ ਇਸ ਸਥਾਨ ਤੇ ਆ ਕੇ ਜਦੋਂ ਬੈਠੇ ਆ ਤੇ ਫਿਰ ਉਹਨਾਂ ਨੇ ਹੂੰ ਮਾਤਾ ਨੰਬਰਦਾਰਨੀ ਦੇ ਪਤਾ ਕਰਕੇ ਤੇ ਇੱਥੇ ਘਰ ਆ ਕੇ ਜੀ ਚੋਰੀ ਦਾ ਪ੍ਰਸ਼ਾਦ ਤਿਆਰ ਕੀਤਾ ਹੈ। ਇੱਥੇ ਆ ਕੇ। ਇੱਥੇ ਆ ਕੇ ਘਰ ਵਿੱਚ ਜੀ ਚੋਰੀ ਦਾ ਪ੍ਰਸ਼ਾਦ ਤਿਆਰ ਕਰਕੇ ਤੇ ਕੱਪੜੇ ਦੇ ਵਿੱਚ ਢੱਕ ਕੇ ਹੂੰ ਸਤਿਗੁਰਾਂ ਦੀ ਹਾਜ਼ਰੀ ਵਿੱਚ ਪਹੁੰਚੇ, ਜੀ ਮੱਥਾ ਟੇਕਿਆ ਜੀ ਤੇ ਉਹਨਾਂ ਨੇ ਸਤਿਗੁਰਾਂ ਨੇ ਦੇਖਿਆ ਜੀ ਤੇ ਉਹ ਭਾਂਡੇ ਦੇ ਉੱਤੇ ਕੱਪੜਾ ਚੁੱਕ ਕੇ ਕਿਹਾ ਮਾਤਾ ਹਾਂ ਇਹ ਤੁਸੀਂ ਕੀ ਚੋਲਾ ਬਣਾ ਕੇ ਲਿਆਂਦਾ ਹੈ। ਹਾਂ
ਚੋਲਾ ਨਾਮ ਚੰਗੀ ਚੀਜ਼ ਦਾ, ਮਿੱਠੀ ਚੀਜ਼ ਦਾ। ਕਈਆਂ ਸ਼ਰਧਾਲੂਆਂ ਦੇ ਮਨ 'ਚ ਹੋਊਗਾ ਵੀ ਚੋਲਾ ਨਾਮ ਦਾ ਸਾਨੂੰ ਪਤਾ ਹੀ ਨਹੀਂ। ਇਹ ਜਾਣਕਾਰੀ ਸਾਡਾ ਦੇਣਾ ਫਰਜ਼ ਹੈ ਜੀ। ਬਿਲਕੁਲ। ਇਹ ਤੁਸੀਂ ਕੀ ਚੋਲਾ ਬਣਾ ਲਿਆਂਦਾ ਕਿ ਸਤਿਗੁਰੂ ਜੀ ਸੰਗਤ ਵਿੱਚ ਇਹ ਤੁਹਾਡੇ ਲਾਇਕ ਹੈ, ਤੁਸੀਂ ਛਕੋ। ਗੁਰੂ ਅਰਜਨ ਦੇਵ ਸਾਹਿਬ ਨੇ ਆਪ ਵੀ ਛਕਿਆ, ਸੰਗਤ ਵਿੱਚ ਵੀ ਵਰਤਾਇਆ। ਉਹ ਵਰਤਾ ਕੇ ਫਿਰ ਕਿਹਾ ਭਾਈ ਇਸ ਨਗਰ ਦਾ ਨਾਮ ਕੀ ਹੈ। ਗੁਰੂ ਕੀ ਸੰਗਤ ਦਾ ਸਾਰਿਆਂ ਨੇ ਉਤਸ਼ਾਹ ਸੀ ਵੀ ਨਗਰ ਦਾ ਨਾਂ ਪੁੱਛਿਆ ਜਾਵੇ। ਇੱਥੋਂ ਦੇ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਸੀ। ਆਸੇ ਪਾਸੇ ਦੇ ਕੁਝ ਪਿੰਡ ਸੀ ਜਿਹੜੇ ਇਹਨਾਂ ਨੂੰ ਸਤਾਉਂਦੇ ਸੀ, ਪਰੇਸ਼ਾਨ ਕਰਦੇ ਸੀ। ਉਹਨਾਂ ਤੋਂ ਕਿਹਾ ਜੀ ਇਸ ਨਗਰ ਦਾ ਨਾਮ ਭੈਣੀ ਹੈ। ਇਹ ਭੈਣੀ ਦੀ ਹਾਲਤ ਤਰਸਯੋਗ ਹੈ। ਜਿਹੜੇ ਬਾਹਰਲੇ ਲੋਕ ਆਉਂਦੇ ਆ, ਅਸੀਂ 6 ਮਹੀਨੇ ਕਮਾਈ ਕਰਦੇ ਉਹ ਲੁੱਟ ਕੇ ਲੈ ਜਾਂਦੇ ਆ, ਅਸੀਂ ਫਿਰ ਭੁੱਖੇ ਦੇ ਭੁੱਖੇ ਰਹਿ ਜਾਂਦੇ। ਤੁਸੀਂ ਇੱਥੇ ਆਏ ਹੋ, ਸਾਡੀ ਇਸ ਤਕਲੀਫ ਦੀ ਨਿਵਰਤੀ ਕਰੋ। ਉਹ ਪਿੰਡਾਂ ਦੇ ਨਾਮ ਮੈਂ ਨਹੀਂ ਲੈਣੇ ਜਿਨ੍ਹਾਂ ਦੇ ਪਿੰਡਾਂ ਦੇ ਸੰਬੰਧ ਵਿੱਚ ਕੋਈ ਜਾਣਕਾਰੀ ਆਉਂਦੀ ਹੈ, ਕਿਉਂਕਿ ਪਿੰਡ ਮੌਜੂਦ ਹੈ। ਲੋਕ ਕਈ ਜਿਹੜੇ ਹੁਣ ਸ਼ਰਧਾਲੂ ਹੈ ਉਹ ਇਸ ਗੱਲ ਦਾ ਬੁਰਾ ਮਨਾ ਜਾਂਦੇ ਵੀ ਸਾਡੇ ਲੋਕਾਂ ਨੂੰ ਇਹਨਾਂ ਨੇ ਇਤਿਹਾਸ ਵਿੱਚ ਠੀਕ ਨਹੀਂ ਆਖਿਆ। ਉਹ ਸਤਿਗੁਰੂ ਨੇ ਕਿਹਾ ਭਾਈ ਜਿਹੜੇ ਤੁਹਾਨੂੰ ਲੁੱਟਣ ਵਾਲੇ ਆ ਨਾ ਉਹ ਇੱਥੋਂ ਹਾਰ ਖਾ ਕੇ ਜਾਣਗੇ। ਚੋਲਾ ਗੁਰੂ ਕਾ ਓਲਾ, ਚੜੀ ਆਵੇ ਲੱਥੀ ਜਾਵੇ। ਇੱਥੇ ਦੇ ਬਜ਼ੁਰਗਾਂ ਦੇ ਕੋਲੋਂ ਇਹ ਗੱਲ ਮਿਲੀ ਵੀ ਜਿਹੜੇ ਚੋਲਾ ਸਾਹਿਬ ਤੇ ਚੜ੍ਹਾਈ ਕਰਕੇ ਆਉਣਗੇ ਉਹ ਇੱਥੋਂ ਆਪਣਾ ਸਨਮਾਨ ਗਵਾ ਕੇ ਜਾਣਗੇ। ਜਿਹੜੇ ਨਿਮਰਤਾ ਨਾਲ ਆਉਣਗੇ ਉਹ ਇੱਥੋਂ ਕੁਛ ਨਾ ਕੁਛ ਪ੍ਰਾਪਤ ਕਰਕੇ ਜਾਣਗੇ। ਉਹ ਇੱਥੇ ਬਾਰ ਸਿੱਧ ਹੋਇਆ। ਗੁਰੂ ਸਾਹਿਬ ਨੇ ਕਿਹਾ ਅੱਜ ਤੋਂ ਇਸ ਨਗਰ ਦਾ ਨਾਮ ਭੈਣੀ ਨਹੀਂ ਹੈਗਾ, ਤੁਸੀਂ ਚੋਲਾ ਸਾਹਿਬ ਆਖਣਾ। ਨੰਬਰਦਾਰਾਂ ਨੇ, ਪਿੰਡ ਦੇ ਪਤਵੰਤਿਆਂ ਨੇ ਸਵਾਲ ਕੀਤਾ, ਸਤਿਗੁਰੂ ਜੀ ਸਾਡਾ ਮਾਲੀਆ ਤਰਦਾ ਪੱਟੀ, ਉਹ ਸਾਡਾ ਮਾਲੀਆ ਜਿਹੜਾ ਅਸੀਂ ਕਿਵੇਂ ਤਾਰਾਂਗੇ ਚੋਲਾ ਸਾਹਿਬ ਦੇ ਨਾਂ ਤੇ। ਕਿਆ ਗੁਰੂ ਨਾਨਕ ਸਾਹਿਬ ਤੇ ਵਿਸ਼ਵਾਸ ਰੱਖੋ, ਗੁਰੂ ਸਾਹਿਬ ਤੇ ਵਿਸ਼ਵਾਸ ਰੱਖੋ। ਜੇ ਉਹ ਦਰਗਾਹ ਦੇ ਲੇਖੇ ਵਿੱਚ ਕੋਈ ਤਬਦੀਲੀਆਂ ਕਰ ਸਕਦੇ ਤੇ ਇਹ ਤਾਂ ਗੱਲ ਹੀ ਕੋਈ ਨਹੀਂ। ਇਹ ਸਾਰਾ ਕੁਛ ਆਪਣੇ ਆਪ ਹੀ ਹੋ ਜਾਊਗਾ। ਉਹ ਸਾਰਾ ਕੁਛ ਗੁਰੂ ਨਾਨਕ ਸਾਹਿਬ ਦੇ ਹੁਕਮ ਅਨੁਸਾਰ ਹੋਇਆ। ਜਦੋਂ ਨੰਬਰਦਾਰ ਉੱਥੇ ਪਹੁੰਚੇ ਮਾਲੀਆ ਤਾਰਨ ਵਾਸਤੇ, ਉਹਨਾਂ ਨੂੰ ਆਵਾਜ਼ ਨਹੀਂ ਵੱਜੀ। ਕਿਆ ਨੰਬਰਦਾਰ ਜੀ ਤੁਸੀਂ ਮਾਲੀਆ ਤਾਰ ਨਹੀਂ ਜਲਦੇ? ਕਿਹਾ ਜੀ ਸਾਨੂੰ ਆਵਾਜ਼ ਨਹੀਂ ਵੱਜੀ। ਕਿਆ ਕਿਹੜੇ ਪਿੰਡੋਂ ਆਏ? ਕਹਿੰਦੇ ਜੀ ਅਸੀਂ ਚੋਲਾ ਸਾਹਿਬ ਕਾਗਜ਼ਾਂ 'ਚ ਦੇਖਿਆ। ਕਹਿੰਦੇ ਯਾਰ ਚੋਲਾ ਸਾਹਿਬ ਤਾਂ ਪਿੰਡ ਵਿੱਚ ਨਾ ਹੈ ਹੀ ਕੋਈ ਨਹੀਂ, ਕਾਗਜ਼ਾਂ 'ਚ ਨਹੀਂ ਹੈਗਾ। ਕਹਿੰਦੇ ਜੀ ਤੁਸੀਂ ਕਾਗਜ਼ ਚੈੱਕ ਕਰੋ। ਕਹਿੰਦੇ ਤੁਸੀਂ ਤਾਂ ਪਿੰਡ ਭੈਣੀ ਤੋਂ ਆਏ ਹੋ। ਕਹਿੰਦੇ ਜੀ ਠੀਕ ਹੈ ਤੁਸੀਂ ਆਪਣੇ ਥਾਂ ਸਹੀ ਹੋ, ਪਰ ਹੁਣ ਤੁਸੀਂ ਦੇਖੋ। ਜਦੋਂ ਉਹਨੇ ਕਾਗਜ਼ਾਂ 'ਚ ਦੇਖਿਆ ਤੇ ਕਾਗਜ਼ਾਂ 'ਚ ਦੇਖਣ ਨਾਲ ਉਹਨਾਂ ਨੂੰ ਮਿਲਿਆ ਚੋਲਾ ਸਾਹਿਬ ਦਾ ਨਾਂ ਕੁਦਰਤੀ ਤੌਰ ਤੇ ਦਰਜ ਹੋਇਆ ਸੀ, ਆਪੇ ਦਰਜ ਹੋਇਆ। ਭੈਣੀ ਦਾ ਨਾਮ ਪਿੰਡ 'ਚੋਂ ਸਮਾਪਤ ਸੀ ਉਸ ਕਾਗਜ਼ਾਂ 'ਚ। ਚਲੋ ਉਸ ਟਾਈਮ ਤੇ ਉਹਨਾਂ ਨੇ ਮਾਲੀਆ ਜਿਹੜਾ ਸੀ ਉਹ ਮਤਲਬ ਲਿਆ ਤੇ ਨੰਬਰਦਾਰ ਦੇ ਕੇ ਮਾਲੀਆ ਉੱਥੋਂ ਆ ਗਏ। ਅੱਛਾ ਬਾਬਾ ਜੀ, ਇੱਥੇ ਜਦੋਂ ਗੁਰੂ ਅਰਜਨ ਸਾਹਿਬ ਆਉਂਦੇ ਨੇ ਤੇ ਕਿੰਨਾ ਕੁ ਸਮਾਂ ਇੱਥੇ ਗੁਜ਼ਾਰਿਆ ਉਹਨਾਂ ਨੇ? ਹਾਂਜੀ, ਗੁਰੂ ਅਰਜਨ ਦੇਵ ਸਾਹਿਬ ਜਦੋਂ ਆਏ ਹੈ ਨੰਬਰਦਾਰ ਨੇ ਮਾਤਾ ਜੀ ਇੱਥੇ ਲੈ ਕੇ ਆਏ। ਤਕਰੀਬਨ ਗੁਰੂ ਅਰਜਨ ਦੇਵ ਸਾਹਿਬ ਇੱਥੇ 2.5 ਸਾਲ ਇਤਿਹਾਸ ਮੁਤਾਬਕ 2 ਸਾਲ 5 ਮਹੀਨੇ 13 ਦਿਨ ਆਉਂਦਾ ਹੈ। ਪਰ ਜਿਹੜੇ ਇੱਥੋਂ ਦੇ ਬਜ਼ੁਰਗ ਸਾਹਿਬਾਨ ਸੀਗੇ ਉਹਨਾਂ ਦੀ ਜਾਣਕਾਰੀ ਮੁਤਾਬਕ ਇੱਥੇ 2.5 ਸਾਲ ਗਿਣੇ ਜਾਂਦੇ। ਅੱਜ ਇੱਥੇ ਆਪਾਂ ਬੈਠੇ ਹਾਂ ਜੀ, ਇੱਥੇ ਖੂਹੀ ਹੈ ਪੁਰਾਣੀ। ਇਸ ਖੂਹੀ ਦੇ ਵਿੱਚ ਸਤਿਗੁਰੂ ਇਸ਼ਨਾਨ ਕਰਦੇ ਰਹੇ ਜਲ ਲੈ ਕੇ। ਇੱਥੇ ਚਵੱਚੇ ਬਣੇ ਸੀ, ਇੱਥੇ ਇਸ਼ਨਾਨ ਕਰਦੇ ਰਹੇ। ਦਾਸ ਨੇ ਵੀ ਇਸ ਥਾਂ ਤੇ ਇਸ਼ਨਾਨ ਕੀਤੇ। ਖੂਹੀ ਦਾ ਪਾਣੀ ਬਹੁਤ ਵਧੀਆ ਸੀ। ਸਰਦੀ ਦੇ ਵਿੱਚ ਇੰਨਾ ਗਰਮ ਹੁੰਦਾ ਸੀ ਤੁਹਾਨੂੰ ਪਾਣੀ ਗਰਮ ਕਰਨ ਦੀ ਲੋੜ ਨਹੀਂ, ਤੇ ਗਰਮੀ ਦੇ ਵਿੱਚ ਤੁਹਾਨੂੰ ਇੰਨਾ ਪਾਣੀ ਠੰਡਾ ਮਿਲਦਾ ਸੀ ਇਹ ਬਰਫ਼ ਪਾਉਣ ਦੀ ਲੋੜ ਨਹੀਂ ਸੀ। ਇੰਨਾ ਪਾਣੀ ਸ਼ੁੱਧ, ਫਿਰ ਇਹ ਸਾਫ਼ ਸੁਥਰਾ ਪਾਣੀ, ਇਹਦੇ 'ਚ ਕਿਸੇ ਕਿਸਮ ਦੀ ਕੋਈ ਮਤਲਬ ਖਰਾਬੀ ਨਹੀਂ ਸੀ। ਫਿਰ ਇਹ ਬਾਬਾ ਜੀ ਇਸ ਤਰ੍ਹਾਂ ਖਰਾਬ ਕਿੱਦਾਂ ਹੋ ਗਈ? ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਤੁਸੀਂ ਖੁਦ ਇਸ਼ਨਾਨ ਕਰਦੇ ਰਹੇ ਹੋ, ਫਿਰ ਸੇਵਾ ਸੰਭਾਲ ਤੋਂ ਕਿਉਂ ਰਹਿ ਗਈ? ਇਹ ਕਾਰਨ ਜੀ ਇੱਥੇ ਸਾਡੀ ਕੁਛ ਤਾਂ ਲਾਪਰਵਾਹੀ, ਮੁਆਫ ਕਰਨਾ ਮੈਨੂੰ ਇਹ ਲਫ਼ਜ਼ ਵਰਤਣੇ ਨਹੀਂ ਚਾਹੀਦੇ।
ਜਿਉਂ-ਜਿਉਂ ਸਾਨੂੰ ਜਿਨ੍ਹਾਂ ਕਾਰਨਾਂ ਕਰਕੇ ਇਹ ਸਥਾਨਾਂ ਦਾ ਪ੍ਰਬੰਧ ਮਿਲਿਆ ਸੀ, ਜਿਨ੍ਹਾਂ ਨੇ ਇਸ ਸਥਾਨਾਂ ਵਾਸਤੇ ਕੁਰਬਾਨੀ ਕੀਤੀ, ਬਾਅਦ ਵਿੱਚ ਜਿਹੜੇ ਲੋਕ ਇਸ ਸਥਾਨਾਂ ਦੀ ਸੇਵਾ ਸੰਭਾਲ ਵਾਸਤੇ ਆਏ, ਉਹਨਾਂ ਨੂੰ ਇੰਨੀ ਸੋਝੀ ਨਹੀਂ ਸੀ। ਫਿਰ ਉਸ ਤੋਂ ਬਾਅਦ ਜਦੋਂ ਗੁਰੂ ਸਾਹਿਬ ਇੱਥੇ ਰਹਿੰਦੇ ਨੇ, ਉਸ ਤੋਂ ਬਾਅਦ ਕਿੰਨਾ ਕੁ ਚਿਰ ਇੱਥੇ ਸੇਵਾ ਸੰਭਾਲ ਚੱਲਦੀ ਰਹੀ ਤੇ ਕਿੰਨਾ ਕੁ ਚਿਰ ਕੋਈ ਲੰਗਰ ਸ਼ੰਗਰ ਚੱਲਦੇ ਰਹੇ, ਕੀ ਹਿਸਾਬ ਦਾ? ਪਹਿਲਾਂ ਇੱਥੇ ਗੁਰੂ ਅਰਜਨ ਦੇਵ ਸਾਹਿਬ ਜਿੰਨਾ ਚਿਰ ਰਹੇ, ਇੱਥੇ ਪ੍ਰਸ਼ਾਦਾ ਛਕਦੇ ਸੀ ਇਸੇ ਘਰ ਵਿੱਚ। ਇਸੇ ਘਰ ਵਿੱਚ ਆ ਜਿੱਥੇ ਦਰਬਾਰ ਸਾਹਿਬ ਬਣਿਆ, ਇੱਥੇ ਮਾਤਾ ਨੰਬਰਦਾਰਨੀ ਨੇ ਬਾਹਰ ਆਪਣੇ ਘਰ ਤੋਂ ਸਤਿਗੁਰਾਂ ਨੂੰ ਰਿਹਾਇਸ਼ ਦਿੱਤੀ ਸੀ। ਜੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਜੀ ਮਾਤਾ ਜੀ ਦੀ ਗੋਦ ਵਿੱਚ ਸੀ। ਜੀ ਗੁਰੂ ਅਰਜਨ ਦੇਵ ਸਾਹਿਬ, ਜੀ ਮਾਤਾ ਗੰਗਾ ਜੀ ਜੀ ਤੇ ਇਹ ਗੁਰੂ ਹਰਗੋਬਿੰਦ ਸਾਹਿਬ, ਇਹ ਤਿੰਨੇ ਇਸ ਸਥਾਨ ਤੇ ਆਰਾਮ ਕਰਦੇ ਰਹੇ, ਬਿਰਾਜਮਾਨ ਹੁੰਦੇ ਰਹੇ, ਇੱਥੇ ਰਹੇ ਜੀ। ਜੀ ਜੀ ਸਤਿਗੁਰੂ ਜੀ ਇੱਥੇ ਆਰਾਮ ਕਰਕੇ ਸਵੇਰੇ ਬਾਹਰ ਵੱਡੇ ਗੁਰਦੁਆਰਾ ਸਾਹਿਬ ਵਾਲੀ ਸਥਾਨ ਤੇ ਜਾਂਦੇ ਸੀ। ਜੀ ਗੁਰੂ ਕੀ ਸੰਗਤ ਨੂੰ ਉੱਥੇ ਨਾਂ ਬਾਣੀ ਦਾ ਉਪਦੇਸ਼ ਕਰਦੇ ਸੀ। ਉੱਥੇ ਸੰਗਤ ਦੀਵਾਨ ਲਾਉਂਦੀ ਸੀ। ਉੱਥੇ ਗੁਰੂ ਸਾਹਿਬ ਦਾ ਕੀਰਤਨ ਵੀ ਹੁੰਦਾ ਸੀ। ਗੁਰੂ ਸਾਹਿਬ ਨੇ ਆਪ ਕੀਰਤਨ ਕੀਤਾ ਉਸ ਸਥਾਨ ਤੇ। ਇਸ ਤੋਂ ਇਲਾਵਾ ਜਿਹੜੇ ਤੁਸੀਂ ਨੰਬਰਦਾਰ ਜੀ ਦੀ ਗੱਲ ਕੀਤੀ, ਦਾਨਾ ਚੌਧਰੀ, ਉਹਦੇ ਪਰਿਵਾਰ ਦਾ ਕੋਈ ਅੰਸ਼ ਬੰਸ, ਉਹਦਾ ਪਰਿਵਾਰ ਦੇ ਵਿੱਚੋਂ ਕੋਈ ਹੈਗਾ ਇੱਥੇ ਜੀ? ਦੇਖਣ ਵਿੱਚ ਪਹਿਲਾਂ ਸੁਣਨ ਵਿੱਚ ਮਿਲਦਾ ਸੀ, ਜੀ ਪਰ ਦੇਖਣ ਵਿੱਚ ਕੋਈ ਨਹੀਂ ਆਇਆ, ਜੀ ਜੀ ਕਿਉਂਕਿ ਚੰਗੇ ਦੇ ਨਾਲ ਹਰੇਕ ਬੰਦਾ ਜੁੜਦਾ ਹੈ। ਜਿਹੜਾ ਬੰਦਾ ਗਲਤ ਹੈ, ਸਿਆਣਾ ਬੰਦਾ ਉਹ ਤੋਂ ਪਾਸਾ ਵੜਦਾ ਹੈ। ਬਿਲਕੁਲ ਬਿਲਕੁਲ। ਜਿਵੇਂ ਸਾਡੇ ਸ਼ਹੀਦ ਸਿੰਘ ਹੋਏ ਹੈ, ਉਹਨਾਂ ਨੇ ਕੁਰਬਾਨੀ ਕੀਤੀ ਹੈ। ਜਿਹੜੇ ਮੇਰੇ ਵਰਗਿਆਂ ਨੂੰ, ਕਈਆਂ ਨੂੰ ਸੋਝੀ ਨਹੀਂ, ਉਹ ਵੀ ਕਹਿੰਦੇ ਜੀ ਅਸੀਂ ਉਸ ਪਰਿਵਾਰ 'ਚੋਂ। ਉਸ ਪਰਿਵਾਰ ਚੋਂ ਬਿਲਕੁਲ। ਇਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਨੇ 2.5 ਸਾਲ ਸੰਗਤ ਨੂੰ ਨਾਮਾੜੀ ਦਾ ਬਖਸ਼ਿਸ਼ ਕੀਤੀ। ਜੀ ਫਿਰ ਇਸ ਸਥਾਨ ਤੋਂ ਗੁਰੂ ਸਾਹਿਬ ਜਦੋਂ ਗਏ ਹੈ, ਤਰਨਤਾਰਨ ਸਾਹਿਬ ਦੀ ਸੇਵਾ ਆਰੰਭ ਕੀਤੀ ਜਾ ਕੇ ਇੱਥੋਂ। ਗੁਰੂ ਕੀ ਸੰਗਤ ਜੀ ਭਾਈ ਅਦਲੀ ਜੀ ਦੇ ਨਾਲ ਜੀ ਉੱਥੇ ਸੇਵਾ ਵਾਸਤੇ ਗਏ ਹੈ। ਜੀ ਉੱਥੇ ਜਾ ਕੇ ਗੁਰੂ ਸਾਹਿਬ ਦੀ ਸੇਵਾ 'ਚ ਨਮਸਕਾਰ ਕੀਤੀ। ਗੁਰੂ ਸਾਹਿਬ ਨੇ ਪੁੱਛਿਆ, ਭਾਈ ਕੀ ਹਾਲ ਹੈ ਨਗਰ ਚੋਲਾ ਸਾਹਿਬ ਦਾ? ਜੀ ਕਿਹਾ ਜੀ ਉੱਥੇ ਹਾਲਤ ਤਰਸਯੋਗ ਹੈ, ਜੀ ਕੋਈ ਜਾਨਲੇਵਾ ਬਿਮਾਰੀ ਆ ਗਈ ਹੈ। ਜਿਹੜਾ ਉਸ ਬਿਮਾਰੀ ਨਾਲ ਬਿਮਾਰ ਹੁੰਦਾ ਹੈ, ਜੀ ਉਹ ਮੌਤ ਨੂੰ ਪਿਆਰਾ ਹੋ ਜਾਂਦਾ ਹੈ। ਜੀ ਸਤਿਗੁਰੂ ਜੀ ਕਹਿਣ ਲੱਗੇ, ਭਾਈ ਨਹੀਂ, ਤੁਸੀਂ ਗੁਰੂ ਨਾਨਕ ਸਾਹਿਬ ਦਾ ਆਸਰਾ ਲਓ। ਜੀ ਉਹ ਜਿਹੜਾ ਚਵੱਚਾ ਬਣਿਆ ਸੀ ਨਾ, ਜੀ ਉਹਦੇ ਵਿੱਚ ਜਲ ਪਾਓ, ਗੁਰੂ ਨਾਨਕ ਸਾਹਿਬ ਜੀ ਦੀ ਅੱਗੇ ਅਰਦਾਸ ਕਰੋ, ਗੁਰੂ ਸਾਹਿਬਾਂ ਦਾ ਨਾਮ ਲੈ ਕੇ ਜੀ ਉਹ ਸੰਗਤ ਨੂੰ ਜਲ ਛਕਣ ਵਾਸਤੇ ਤੇ ਇਸ਼ਨਾਨ ਕਰਨ ਨੂੰ ਦਿਓ। ਜੀ ਜਿਹੜਾ ਬੰਦਾ ਉਹ ਜਲ ਛਕੂਗਾ ਤੇ ਇਸ਼ਨਾਨ ਕਰੂਗਾ, ਉਸ ਬਿਮਾਰੀ ਦਾ ਸ਼ਿਕਾਰ ਨਹੀਂ ਹੋਊਗਾ। ਉਹ ਜਿਹੜੇ ਬੱਚੇ ਅੰਦਰ ਬਣੇ ਹੋਏ ਇੱਥੇ ਖੂਹੀ ਲਾਗੇ? ਨਹੀਂ ਜੀ, ਉਹ ਸਰੋਵਰ ਬਣਿਆ ਬਾਹਰ ਗੁਰਦੁਆਰਾ ਸਾਹਿਬ ਦੇ। ਅੱਛਾ ਉੱਥੇ। ਉਹ ਜਿਹੜਾ ਸਰੋਵਰ ਦੀ ਸ਼ਕਲ ਹੈ, ਉਹ ਚਵੱਚਾ ਉੱਥੇ ਸੀ। ਅੱਛਾ ਅੱਛਾ ਉਹ ਉਸ ਤੋਂ ਬਾਅਦ ਬਾਬਾ ਭਾਈ ਅਦਲੀ ਜੀ ਨੇ ਜੀ ਇਸ ਸਥਾਨ ਦੀ ਸੇਵਾ ਸੰਭਾਲ ਕੀਤੀ, ਜਿੰਨਾ ਚਿਰ ਉਹ ਸਰੀਰਕ ਤੌਰ ਤੇ ਸਾਡੇ ਵਿੱਚ ਰਹੇ। ਜੀ ਜੀ ਇੱਥੇ ਉਹ ਗੁਰੂ ਸਾਹਿਬ ਦਾ ਸਥਾਨ ਦਾ ਸਤਿਕਾਰ ਕਰਦੇ ਰਹੇ, ਝਾੜੂ ਵਗੈਰਾ ਦਾ ਦੀਵਾ ਬੱਤੀ ਕਰਦੇ ਰਹੇ, ਜੋ ਉਹਨਾਂ ਦੀ ਉਸ ਮੌਕੇ ਤੇ ਇਸੇ ਸਥਾਨ ਤੇ। ਇਸੇ ਆਪਣੇ ਬਾਹਰ ਗੁਰਦੁਆਰਾ ਸਾਹਿਬ 'ਚ, ਇਸੇ ਸਥਾਨ ਤੇ ਦੋਵਾਂ 'ਚ ਜੀ ਜੀ ਉਹ ਚਵੱਚੇ ਦੀ ਸ਼ਕਲ ਜਿਹੜੀ ਸੀ ਮੌਜੂਦ ਰਹੀ 1808 ਤੱਕ। ਜੀ ਇੱਥੋਂ ਗੁਰੂ ਕੀ ਸੰਗਤ ਨਨਕਾਣਾ ਸਾਹਿਬ ਗਈ। ਜੀ ਉੱਥੇ ਗੁਰੂ ਕੀ ਸੰਗਤ ਨੇ ਬੇਨਤੀ ਕੀਤੀ ਸੰਤਾਂ ਕੋਲੇ ਵੀ ਬਾਬਾ ਜੀ ਸਾਡੇ ਸਥਾਨ ਦੀ, ਉੱਥੇ ਗੁਰੂ ਅਰਜਨ ਦੇਵ ਸਾਹਿਬ ਦਾ ਸਥਾਨ ਹੈ, ਉੱਥੇ ਕੋਈ ਸੇਵਾ ਕਰਨ ਵਾਲਾ ਕੋਈ ਸੰਤ ਦਿਓ। ਜੀ ਉਹ ਵੀ ਸੇਵਾ ਕਰਵਾਉਣ, ਜੀ ਸਾਡੇ ਉਸ ਸਥਾਨ ਦੀ ਜਿਹੜੀ ਰੌਣਕ ਵੱਧ ਸਕੇ। ਜੀ ਜੀ ਉੱਥੋਂ ਦੇ ਸੰਤਾਂ ਨੇ ਸੰਤ ਸਰਮੁਖਦਾਸ ਜੀ ਹੋਰਾਂ ਨੂੰ ਘਲਾਇਆ, ਜੀ ਜਿਨ੍ਹਾਂ ਨੇ ਆ ਕੇ ਇੱਥੇ ਸੇਵਾ ਆਰੰਭ ਕੀਤੀ। ਇਸੇ ਜਗ੍ਹਾ ਤੇ। ਇਸੇ ਜਗ੍ਹਾ ਤੇ ਜੀ ਬਾਹਰ ਵੱਡੇ ਗੁਰਦੁਆਰਾ ਸਾਹਿਬ ਤੇ ਵੀ, ਇਸ ਸਥਾਨ ਦੀ ਵੀ। ਜੀ ਹੁਣ ਇਹ ਜਿਹੜੀ ਜਗ੍ਹਾ ਹੈ, ਇਸ ਜਗ੍ਹਾ ਦਾ ਮਾਲਕ ਕੌਣ ਹੈ ਤੇ ਕਿਹਦੇ ਅੰਡਰ ਚ ਹੈ? ਇਸ ਵੇਲੇ ਇਸ ਜਗ੍ਹਾ ਜਿਹਦਾ ਜਿਹੜੀ ਸੇਵਾ ਸੰਭਾਲ ਹੈ, ਜੀ ਇਹ 1927 ਤੋਂ ਪਹਿਲਾਂ ਮੰਤਾਂ ਦੀ ਦੇਖ ਰੇਖ ਵਿੱਚ ਚੱਲ ਰਹੀ ਸੀ। ਜੀ ਮੰਤ ਸਾਹਿਬ ਸੀ ਸੇਵਾ ਕਰਵਾਉਂਦੇ। ਜੀ 1927 ਤੋਂ ਬਾਅਦ ਜੋ 1925 ਚ ਗੁਰਦੁਆਰਾ ਐਕਟ ਬਣਿਆ, ਜੀ ਇਹ ਗੁਰਦੁਆਰੇ ਦੀ ਜਿਹੜੇ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਹੈ, ਉਹ SG PC ਦੀ ਹੈ, ਸ਼੍ਰੋਮਣੀ ਕਮੇਟੀ। ਸ਼੍ਰੋਮਣੀ ਕਮੇਟੀ ਦੀ ਹੈ। ਹਾਂਜੀ ਹੁਣ ਸ਼੍ਰੋਮਣੀ ਕਮੇਟੀ ਦਾ ਕਬਜ਼ਾ ਹੈ ਇੱਥੇ, ਹਾਂਜੀ। ਤੇ ਇਹਨੂੰ ਸੰਭਾਲਿਆ ਨਹੀਂ ਗਿਆ। ਫਿਰ ਵੀ ਸੰਭਾਲਣ ਦਾ ਨਾਂ ਕਾਰਨ ਇਹ ਵੀ, ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ, ਜਿਹੜੇ ਇੱਥੇ ਪਹਿਲਾਂ ਲੋਕਲ ਕਮੇਟੀ ਰਹੀ ਇੱਥੇ, ਹਾਂ ਹਾਂ
2000 ਤੱਕ। ਜੀ 1987 ਵਿੱਚ ਆਰਜੀ ਤੌਰ ਤੇ ਹੂੰ ਸ਼੍ਰੋਮਣੀ ਕਮੇਟੀ ਆਈ। ਜੀ ਉਹ ਥੋੜ੍ਹਾ ਜਿਹਾ ਐਕਟ ਦੇ ਵਿੱਚ ਕੋਈ ਤਰਮੀਮ ਕੀਤੀ ਸੋ ਇਹਨਾਂ ਦੀ ਨਾਮਨਜ਼ੂਰ ਹੋ ਗਈ ਅਦਾਲਤ ਵਿੱਚ। ਹੂੰ ਉਸ ਤੋਂ ਬਾਅਦ ਇਹਨਾਂ ਦਾ ਕਬਜ਼ਾ ਸਮਾਪਤ ਹੋ ਗਿਆ। ਜਦੋਂ ਨਵੇਂ ਸਿਰੇ ਸ਼੍ਰੋਮਣੀ ਕਮੇਟੀ ਦਾ ਕਬਜ਼ਾ 2000 ਚ ਆਇਆ 2000 ਚ ਫੇਰ ਆਇਆ। ਫੇਰ ਆਇਆ, ਉਦੋਂ ਤੋਂ ਇਹ ਸ਼੍ਰੋਮਣੀ ਕਮੇਟੀ ਦੇ ਅੰਡਰ ਹੈ ਜੀ ਤੇ ਸੇਵਾ ਸੰਭਾਲ ਦਾ ਫਿਰ ਥੋੜਾ ਜਿਹਾ ਤਬਦੀਲੀ ਆਈ ਹੈ। ਗੁਰਦੁਆਰਾ ਜਿਹੜਾ ਹੈ ਇਹ ਸਨ ਆਹ ਦਰਬਾਰ ਸਾਹਿਬ ਦੀ ਬਿਲਡਿੰਗ 1980 ਚ ਬਣੀ ਹੈ। 80 ਚ ਬਣਾਤੀ। ਹਾਂਜੀ ਠੀਕ ਹੈ ਤੇ ਹੁਣ ਇਹ ਸਾਰਾ ਸ਼੍ਰੋਮਣੀ ਕਮੇਟੀ ਦੇ ਕਬਜ਼ੇ 'ਚ। ਜੀ ਹਾਂ। ਚਲੋ ਸੋ ਪਿਆਰੇ ਦਰਸ਼ਕੋ, ਅਸੀਂ ਅੱਜ ਤੁਹਾਨੂੰ ਇਤਿਹਾਸ ਦੇ ਕੁਝ ਉਹ ਪੰਨੇ ਦਿਖਾ ਰਹੇ ਹਾਂ ਜਿਨ੍ਹਾਂ ਨੂੰ ਕਦੀ ਫਰੋਲਿਆ ਹੀ ਨਹੀਂ ਗਿਆ। ਬਹੁਤ ਲੋਕਾਂ ਨੂੰ ਪਤਾ ਹੀ ਨਹੀਂ ਹੋਏਗਾ ਕਿ ਸ਼ਾਇਦ ਗੁਰੂ ਸਾਹਿਬ ਜਦੋਂ ਇੱਥੇ ਆਉਂਦੇ ਨੇ ਤੇ ਇਸ ਪੁਰਾਣੇ ਘਰ ਵਿੱਚ ਆਪਣਾ ਸਮਾਂ ਗੁਜ਼ਾਰਦੇ ਨੇ। ਆਜੋ ਹੁਣ ਤੁਹਾਨੂੰ ਸਾਰਾ ਪੂਰਾ ਘਰ ਦਿਖਾਉਂਦੇ ਆ। ਤੁਸੀਂ ਦੇਖ ਸਕਦੇ ਹੋ ਕਿ ਇਹ ਜਗ੍ਹਾ ਜਿਹੜੀ ਹੈ ਕਿਸੇ ਸਮੇਂ ਗੁਰੂ ਸਾਹਿਬ ਇਸ ਜਗ੍ਹਾ ਤੇ ਖੇਡਦੇ ਰਹੇ ਨੇ, ਪਰ ਅੱਜ ਇਹ ਖਤਮ ਹੋਣ ਦੀ ਕਗਾਰ ਤੇ ਹੈ। ਸੋ ਕਿਤੇ ਨਾ ਕਿਤੇ ਸਾਨੂੰ ਸੰਭਾਲਣ ਦੀ ਲੋੜ ਸੀ ਇਸ ਸਾਡਾ ਵਿਰਸਾ। ਹੁਣ ਸ਼੍ਰੋਮਣੀ ਕਮੇਟੀ ਤੇ ਕੋਲ ਇਹ ਕਬਜ਼ਾ ਹੈ ਇਸ ਜਗ੍ਹਾ ਦਾ। ਹੁਣ ਉਹਨਾਂ ਨੂੰ ਚਾਹੀਦਾ ਹੈ ਕਿ ਇਸ ਜਗ੍ਹਾ ਨੂੰ ਚੰਗੀ ਤਰੀਕੇ ਦੇ ਨਾਲ ਸੰਭਾਲਿਆ ਜਾਵੇ। ਇੱਕ ਚੀਜ਼ ਮੈਂ ਹੋਰ ਮੇਰੀ ਨਜ਼ਰ ਪਈ ਹੈ, ਤੁਸੀਂ ਦੇਖ ਸਕਦੇ ਹੋ ਉੱਪਰ ਇੱਕ ਵਾਰੀ ਦਿਖਾਓ, ਤੁਹਾਨੂੰ ਕੁੰਡੇ ਨਜ਼ਰ ਆ ਰਹੇ ਹੋਣਗੇ, ਕੁੰਡੇ ਲੱਗੇ ਹੋਏ ਨਜ਼ਰ ਆ ਰਹੇ ਹੋਣਗੇ। ਸੋ ਇਹ ਕੁੰਡੇ ਜਿਹੜੇ ਹੋ ਸਕਦਾ ਹੈ ਉਸ ਸਮੇਂ ਵੀ ਕੋਈ ਪ੍ਰੋਗਰਾਮ ਕਰਾਉਣ ਵਾਸਤੇ, ਜਿਸ ਤਰ੍ਹਾਂ ਸਾਨੂੰ ਚਾਨਣੀਆਂ ਦੀ ਲੋੜ ਪੈਂਦੀ ਹੋਵੇ, ਚਾਨਣੀਆਂ ਲਾਉਣ ਵਾਸਤੇ ਇਹ ਕੁੰਡੇ ਜਿਹੜੇ ਲਗਾਏ ਗਏ ਹੋਣਗੇ, ਉਸ ਸਮੇਂ ਦੀ ਕਾਰੀਗਰੀ ਹੈ। ਬਾਬਾ ਜੀ ਨੇ ਸਾਨੂੰ ਦੱਸਿਆ ਕਿ ਇਹ ਜਗ੍ਹਾ ਜਿਹੜੀ ਹੈ ਪਹਿਲਾਂ ਕੱਚੇ ਘਰ ਸੀ, ਪਰ ਮਹਾਰਾਜਾ ਰਣਜੀਤ ਸਿੰਘ ਨੇ ਇਸ ਘਰ ਨੂੰ ਪੱਕਿਆ ਕੀਤਾ ਤੇ ਇਹ ਘਰ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਦੇਖ ਰੇਖ ਦੇ ਵਿੱਚ ਦੁਬਾਰਾ ਇਸ ਨੂੰ ਰਿਪੇਅਰ ਕਰਾਇਆ। ਪਰ ਉਸ ਟਾਈਮ ਤੋਂ ਬਾਅਦ ਇਹਨਾਂ ਵੱਲੇ ਦੇਖਿਆ ਹੀ ਨਹੀਂ ਗਿਆ। ਅੱਜ ਜੇ ਸ਼੍ਰੋਮਣੀ ਕਮੇਟੀ ਕੋਲ ਇਸ ਦਾ ਕਬਜ਼ਾ ਹੈ ਤੇ ਉਹਨਾਂ ਨੂੰ ਚਾਹੀਦਾ ਹੈ ਕਿ ਇਹ ਪੁਰਾਣਾ ਚੀਜ਼ਾਂ ਜਿਹੜੀਆਂ ਸਾਡੀਆਂ ਸਾਂਭ ਕੇ ਰੱਖੀਆਂ ਜਾਣ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਦਿਖਾ ਸਕੀਏ ਕਿ ਇਹ ਆ ਭਾਈ ਸਾਡਾ ਪੁਰਾਣਾ ਵਿਰਸਾ। ਜੇ ਅਸੀਂ ਅੱਜ ਕਈ ਬਹੁਤ ਲੋਕ ਜਿਹੜੇ ਧਰਮਾਂ ਤੇ ਸਵਾਲ ਚੱਕਦੇ ਨੇ, ਇਹ ਕਿਸੇ ਦਾ ਕੋਈ ਜਗ੍ਹਾ ਨਹੀਂ ਲੱਭਦੀ, ਕਿਸੇ ਦੀ ਕੋਈ ਤਰੀਕਵਾਰ ਨਹੀਂ ਲੱਭਦਾ, ਪਰ ਆਹ ਜਿਹੜੀਆਂ ਨਿਸ਼ਾਨੀਆਂ ਨੇ ਇਹ ਤਾਂ ਸਾਡੀਆਂ ਖਾਸ ਨੇ, ਇਹ ਤਾਂ ਸਾਡੇ ਦੇਖ ਰੇਖ ਦੇ ਵਿੱਚ ਨੇ। ਸੋ ਇਹਨਾਂ ਚੀਜ਼ਾਂ ਨੂੰ ਸੰਭਾਲਣ ਦੀ ਲੋੜ ਹੈ। ਅੱਜ ਦਾ ਇਹ ਵੀਡੀਓ ਬਣਾਉਣ ਦਾ ਸਾਡਾ ਮਕਸਦ ਇਹੀ ਹੈ ਕਿ ਸਾਡੇ ਬੱਚਿਆਂ ਨੂੰ ਸਾਡੇ ਪੁਰਾਣੇ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇ ਤੇ ਪੁਰਾਣੀਆਂ ਚੀਜ਼ਾਂ ਦਿਖਾ ਕੇ ਸਾਖਸ਼ਾਤ ਗੁਰੂ ਕੀ ਸਿੱਖੀ ਦੇ ਨਾਲ ਜੋੜਿਆ ਜਾ ਸਕਦਾ ਹੈ ਕਿ ਆਹ ਦੇਖੋ ਸਾਡੇ ਗੁਰੂ ਸਾਹਿਬਾਨ ਦੇ ਕਾਰਨਾਮੇ। ਜੁੜੇ ਰਹੋ ਸਾਡੇ ਨਾਲ ਸੁਰਖਾਬ ਟੀਵੀ ਤਰਨ ਤਾਰਨ। ਧੰਨਵਾਦ।